ਹੁਣ ਤੱਕ ਤੁਸੀਂ ਪੜ੍ਹਿਆ ਕਿ ਮੈਂ ਰੋਹਨ ਨੂੰ ਉਸਦੇ ਪਰਿਵਾਰ ਵਾਲਿਆਂ ਨੂੰ ਮਿਲਣ ਦੀ ਜ਼ਿੱਦ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾਂ ਇੱਕ ਵਾਅਦਾ ਕਰ। ਤਾਂ ਮੈਂ ਰੋਹਨ ਨੂੰ ਕਿਹਾ ਕਿ ਠੀਕ ਹੈ, ਮੈਂ ਵਾਅਦਾ ਕਰਦੀ ਹਾਂ, ਤੁਸੀਂ ਦੱਸੋ। ਰੋਹਨ ਆਖਣ ਲੱਗਿਆ ਕਿ ਮੈਂ ਤੁਹਾਨੂੰ ਆਪਣੇ ਦੋਸਤ ਦੀ ਪਤਨੀ ਬਣਾ ਕੇ ਘਰ ਲੈ ਕੇ ਜਾਵਾਂਗਾ ਅਤੇ ਜਦੋਂ ਸਾਰੇ ਤੁਹਾਨੂੰ ਹੌਲੀ-ਹੌਲੀ ਪਸੰਦ ਕਰਨ ਲੱਗਣਗੇ ਤਾਂ ਮੈਂ ਖੁਦ ਹੀ ਇਹ ਗੱਲ ਸਾਰਿਆਂ ਨੂੰ ਦੱਸ ਦੇਵਾਂਗਾ। ਇਸ ਗੱਲ 'ਤੇ ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ ਅਤੇ ਮੈਂ ਚੁੱਪ ਹੋ ਗਈ। ਮੇਰੇ ਲਈ ਇਹ ਕਾਫੀ ਸੀ ਕਿ ਉਹ ਮੈਨੂੰ ਆਪਣੇ ਘਰ ਲਿਜਾ ਰਿਹਾ ਸੀ। ਉਸੇ ਦਿਨ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਅਤੇ ਅਗਲੇ ਦਿਨ ਉਸਦੇ ਘਰ ਪਹੁੰਚ ਗਏ। ਅਸੀਂ ਇੱਕ ਆਲੀਸ਼ਾਨ ਹਵੇਲੀ ਦੇ ਸਾਹਮਣੇ ਖੜ੍ਹੇ ਸੀ, ਜਿਸ ਦਾ ਦਰਵਾਜ਼ਾ 2 ਬਾਡੀਗਾਰਡਾਂ ਨੇ ਖੋਲ੍ਹਿਆ। ਗੱਡੀ ਅੰਦਰ ਗਈ ਤਾਂ ਮੈਂ ਉਸ ਹਵੇਲੀ ਨੂੰ ਦੇਖ ਕੇ ਹੈਰਾਨ ਰਹਿ ਗਈ। ਉਹ ਘਰ ਨਹੀਂ ਸਗੋਂ ਕੋਈ ਮਹਿਲ ਸੀ। ਫਿਰ ਮੈਂ ਤੇ ਰੋਹਨ ਗੱਡੀ 'ਚੋਂ ਉਤਰ ਹਵੇਲੀ ਦੇ ਅੰਦਰ ਗਏ। ਰੋਹਨ ਨੇ ਅੰਦਰ ਆ ਕੇ ਮੈਨੂੰ ਆਪਣੀ ਮਾਂ ਤੇ ਬੇਟੇ ਨਾਲ ਮਿਲਵਾਇਆ। ਉਸਦੀ ਮਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਸਾਡਾ ਹਾਲ ਚਾਲ ਪੁੱਛ ਅੰਦਰ ਚਲੀ ਗਈ। ਰੋਹਨ ਦਾ ਬੇਟਾ ਦੂਰੋਂ ਹੀ ਮੈਨੂੰ ਦੇਖਦਾ ਰਿਹਾ ਤੇ ਦੂਜੇ ਪਾਸੇ ਮੂੰਹ ਕਰਕੇ ਉੱਥੋਂ ਚਲਾ ਗਿਆ, ਜਿਵੇਂ ਉਹ ਮੇਰੇ ਤੋਂ ਨਾਰਾਜ਼ ਹੋਵੇ। ਰੋਹਨ ਦੇ ਬੇਟੇ ਦੀ ਉਮਰ ਮੇਰੇ ਤੋਂ 2 ਸਾਲ ਵੱਡੀ ਸੀ ਤੇ ਰੋਹਨ 40 ਸਾਲ ਦਾ ਸੀ। ਇਹ ਗੱਲ ਮੈਨੂੰ ਪਰੇਸ਼ਾਨ ਕਰ ਰਹੀ ਸੀ ਕਿ ਇਸ ਦਾ ਬੇਟਾ ਇੰਨਾ ਵੱਡਾ ਕਿਵੇਂ ਹੋ ਸਕਦਾ ਹੈ। ਰੋਹਨ ਮੈਨੂੰ ਉੱਥੋਂ ਕਮਰੇ 'ਚ ਲੈ ਗਿਆ। ਉਹ ਖੁਦ ਸਾਰਿਆਂ ਦੇ ਰਵੱਈਏ ਕਰਕੇ ਬਹੁਤ ਸ਼ਰਮਿੰਦਾ ਸੀ, ਪਰ ਇਸ ਸਭ ਨੂੰ ਬਰਦਾਸ਼ਤ ਕਰਨ ਤੋਂ ਇਲਾਵਾ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਰੋਹਨ ਨੇ ਉਸ ਦਿਨ ਮੈਨੂੰ ਇੱਕ ਅਜਿਹੀ ਗੱਲ ਆਖੀ ਜੋ ਮੇਰੇ ਦਿਮਾਗ 'ਚ ਅਜੀਬ ਜਿਹਾ ਸ਼ੱਕ ਪੈਦਾ ਕਰਨ ਲੱਗੀ। ਉਸਨੇ ਕਿਹਾ ਕਿ ਤੁਸੀਂ ਆਪਣੇ ਕਮਰੇ 'ਚੋਂ ਬਿਨਾਂ ਕਿਸੇ ਕਾਰਨ ਬਾਹਰ ਨਹੀਂ ਨਿਕਲਣਾ ਤੇ ਹਵੇਲੀ ਦੇ ਬਾਹਰ ਤਾਂ ਪੈਰ ਵੀ ਨਹੀਂ ਰੱਖਣਾ। ਇੱਥੇ ਪਾਗਲ ਭੇੜੀਏ ਹਨ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਸੁਣ ਮੈਨੂੰ ਬਹੁਤ ਡਰ ਲੱਗਿਆ, ਪਰ ਮੈਂ ਚੁੱਪ ਹੋ ਗਈ। ਪਹਿਲੀ ਰਾਤ ਅਚਾਨਕ ਮੈਨੂੰ ਕਮਰੇ 'ਚੋਂ ਕਿਸੇ ਔਰਤ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਇੱਕਦਮ ਡਰ ਕੇ ਬੈਠ ਗਈ ਤੇ ਮੈਂ ਤੁਰੰਤ ਰੋਹਨ ਨੂੰ ਫੋਨ ਕੀਤਾ ਤਾਂ ਰੋਹਨ ਉਸੇ ਸਮੇਂ ਕਮਰੇ 'ਚ ਆ ਗਿਆ ਤੇ ਮੈਨੂੰ ਸੀਨੇ ਨਾਲ ਲਾ ਲਿਆ। ਮੈਂ ਉਸਨੂੰ ਪੁੱਛਿਆ ਕਿ ਤੁਹਾਨੂੰ ਵੀ ਆਵਾਜ਼ਾਂ ਆ ਰਹੀਆਂ ਹਨ ਤਾਂ ਉਹਨਾਂ ਕਿਹਾ ਕਿ ਨਹੀਂ, ਮੈਨੂੰ ਕੋਈ ਆਵਾਜ਼ ਸੁਣਾਈ ਨਹੀਂ ਦੇ ਰਹੀ, ਸ਼ਾਇਦ ਤੁਹਾਡਾ ਵਹਿਮ ਹੈ। ਫਿਰ ਉਸਨੇ ਇੱਕ ਦੁੱਧ ਦਾ ਗਿਲਾਸ ਲਿਆਂਦਾ ਤੇ ਮੈਨੂੰ ਪਿਲਾਇਆ ਤੇ ਸੌਣ ਲਈ ਕਿਹਾ। ਜਦੋਂ ਮੈਂ ਉੱਠੀ ਤਾਂ ਮੈਨੂੰ ਵਾਰ-ਵਾਰ ਉਹੀ ਆਵਾਜ਼ਾਂ ਆਉਂਦੀਆਂ। ਆਖਰ ਇਸ ਘਰ 'ਚ ਅਜਿਹਾ ਕੀ ਹੈ ਜੋ ਮੈਨੂੰ ਬੇਚੈਨ ਕਰ ਰਿਹਾ ਹੈ। ਦੂਜੇ ਦਿਨ ਮੈਂ ਰੋਹਨ ਦੇ ਬੇਟੇ ਚਿੰਟੂ ਨਾਲ ਗੱਲ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੈਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਸ਼ਾਇਦ ਉਹ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਸੀ ਕਰਦਾ। ਰਾਤ ਨੂੰ ਜਦੋਂ ਮੈਂ ਦੁੱਧ ਪੀ ਕੇ ਪਈ ਤਾਂ ਸਵੇਰੇ ਮੇਰੇ ਪੈਰ ਬੰਨੇ ਹੋਏ ਸਨ। ਮੇਰੇ ਦਿਲ 'ਚ ਅਜੀਬ ਜਿਹੇ ਖਿਆਲ ਆਉਣ ਲੱਗੇ। ਰੋਹਨ ਜਿਵੇਂ ਹੀ ਕਮਰੇ 'ਚ ਆਇਆ ਤਾਂ ਮੈਂ ਸਾਰੀ ਗੱਲ ਦੱਸੀ ਤਾਂ ਉਸਦੇ ਚਿਹਰੇ 'ਤੇ ਥੋੜ੍ਹਾ ਜਿਹਾ ਡਰ ਮਹਿਸੂਸ ਹੋ ਰਿਹਾ ਸੀ। ਉਸਨੇ ਕਿਹਾ ਕਿ ਮੇਰਾ ਸ਼ੱਕ ਸਹੀ ਨਿਕਲਿਆ। ਉਸਦੀ ਇਸ ਗੱਲ ਨੂੰ ਸੁਣ ਕੇ ਮੈਂ ਇੱਕਦਮ ਪਰੇਸ਼ਾਨ ਹੋ ਗਈ ਤੇ ਕਿਹਾ ਕਿ ਕਿਹੜਾ ਸ਼ੱਕ? ਤਾਂ ਉਸਨੇ ਕਿਹਾ ਕਿ ਬਹੁਤ ਪਹਿਲਾਂ ਇਸ ਹਵੇਲੀ 'ਚ ਅਜਿਹੀਆਂ ਹੀ ਅਜੀਬੋ-ਗਰੀਬ ਹਰਕਤਾਂ ਹੁੰਦੀਆਂ ਸਨ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਜਿੰਨ ਤੇ ਭੂਤਾਂ ਦਾ ਸਾਇਆ ਹੈ। ਮੈਨੂੰ ਲੱਗਦਾ ਹੈ ਕਿ ਫਿਰ ਤੋਂ ਅਜਿਹਾ ਹੀ ਕੁਝ ਹੋ ਰਿਹਾ ਹੈ। ਇਹ ਸੁਣ ਕੇ ਜਿਵੇਂ ਮੇਰੇ ਜਿਸਮ 'ਚੋਂ ਜਾਨ ਹੀ ਨਿਕਲ ਗਈ ਤਾਂ ਰੋਹਨ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਤਸੱਲੀ ਦਿੰਦੇ ਹੋਏ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਜਿਵੇਂ ਹੀ ਸਾਡਾ ਬੇਟਾ ਪੈਦਾ ਹੋਵੇਗਾ ਤਾਂ ਅਸੀਂ ਇੱਥੋਂ ਕਿਤੇ ਹੋਰ ਚਲੇ ਜਾਵਾਂਗੇ। ਉਸਦੀ ਗੱਲ ਸੁਣ ਕੇ ਮੈਨੂੰ ਬਹੁਤ ਤਸੱਲੀ ਹੋਈ ਤੇ ਮੈਂ ਪਾਣੀ ਦਾ ਗਿਲਾਸ ਸਾਈਡ ਦੇ ਮੇਜ਼ ਤੋਂ ਚੁੱਕ ਕੇ ਪੀਣ ਲਈ ਹੱਥ ਅੱਗੇ ਕੀਤਾ ਤਾਂ ਮੈਨੂੰ ਖਿੜਕੀ ਚਿੰਟੂ ਖੜਾ ਦਿਖਾਈ ਦਿੱਤਾ। ਜਿਵੇਂ ਹੀ ਮੇਰੀ ਨਜ਼ਰ ਉਸ 'ਤੇ ਪਈ ਤਾਂ ਉਹ ਉੱਥੋਂ ਭੱਜ ਗਿਆ। ਸ਼ਾਇਦ ਉਹ ਸਾਡੀਆਂ ਗੱਲਾਂ ਸੁਣ ਰਿਹਾ ਸੀ। ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਚਿੰਟੂ ਸਾਡੇ ਦੋਵਾਂ ਬਾਰੇ ਕਿਸੇ ਨੂੰ ਦੱਸ ਨਾ ਦੇਵੇ, ਪਰ ਮੈਂ ਰੋਹਨ ਕੋਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਪਰ ਮੈਂ ਰੋਹਨ ਨੂੰ ਕਿਹਾ ਕਿ ਤੁਸੀਂ ਘਰ ਵਾਲਿਆਂ ਨੂੰ ਸਾਡੀ ਸੱਚਾਈ ਦੱਸ ਦਿਓ, ਪਰ ਉਹ ਮੇਰੀ ਇਸ ਗੱਲ 'ਤੇ ਕਿਸੇ ਤਰ੍ਹਾਂ ਵੀ ਰਾਜ਼ੀ ਨਹੀਂ ਹੋ ਰਿਹਾ ਸੀ। ਅਗਲੇ ਦਿਨ ਮੈਂ ਤੈਅ ਕਰ ਲਿਆ ਕਿ ਮੈਂ ਚਿੰਟੂ ਨੂੰ ਖੁਦ ਹੀ ਮਿਲਾਂਗੀ। ਉਸ ਤੋਂ ਪਹਿਲਾਂ ਕਿ ਮੈਂ ਉਸ ਕੋਲ ਜਾਂਦੀ, ਉਹ ਮੇਰੇ ਕਮਰੇ 'ਚ ਆ ਗਿਆ। ਉਸ ਦੇ ਚਿਹਰੇ 'ਤੇ ਅਜੀਬ ਜਿਹੀ ਸ਼ਿਕਾਇਤ ਸੀ। ਚਿੰਟੂ ਜਿਵੇਂ ਹੀ ਅੰਦਰ ਆਇਆ, ਰੋਹਨ ਵੀ ਉਦੋਂ ਹੀ ਆ ਗਿਆ ਤੇ ਉਸਨੇ ਗੁੱਸੇ ਨਾਲ ਚਿੰਟੂ ਵੱਲ ਦੇਖਿਆ ਤੇ ਕਿਹਾ ਕਿ ਤੂੰ ਹੁਣੇ ਇਸ ਕਮਰੇ 'ਚੋਂ ਨਿਕਲ ਜਾ।
ਰੋਹਨ ਦੀ ਗੱਲ ਸੁਣ ਚਿੰਟੂ ਉੱਥੋਂ ਚਲਾ ਗਿਆ। ਰੋਹਨ ਮੇਰੇ ਵੱਲ ਮੁੜਿਆ ਤੇ ਕਿਹਾ ਕਿ ਮੈਂ ਤੁਹਾਨੂੰ ਮਨਾ ਕੀਤਾ ਸੀ ਕਿ ਤੁਸੀਂ ਉਸ ਨਾਲ ਗੱਲ ਨਹੀਂ ਕਰੋਗੇ। ਆਖਰ ਕਿਉਂ ਤੁਸੀਂ ਉਸ ਨੂੰ ਕਮਰੇ 'ਚ ਆਉਣ ਦਿੱਤਾ? ਰੋਹਨ ਨੂੰ ਇਸ ਤਰ੍ਹਾਂ ਗੁੱਸੇ 'ਚ ਮੈਂ ਪਹਿਲੀ ਵਾਰ ਵੇਖਿਆ ਸੀ। ਮੈਂ ਉਹਨਾਂ ਤੋਂ ਇਸ ਗੱਲ ਦੀ ਮਾफ़ੀ ਮੰਗੀ ਤੇ ਕਿਹਾ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਇਸ ਤੋਂ ਬਾਅਦ ਰੋਹਨ ਮੇਰੇ ਤੇ ਨਜ਼ਰ ਰੱਖਣ ਲੱਗਿਆ। ਦੂਜੇ ਪਾਸੇ ਮੇਰੇ ਅੰਦਰ ਚਿੰਟੂ ਨਾਲ ਗੱਲ ਕਰਨ ਦੀ ਜਿੱਦ ਜਿਹੀ ਸੀ। ਇੱਕ ਦਿਨ ਰੋਹਨ ਘਰੇ ਨਹੀਂ ਸੀ ਤੇ ਮੈਂ ਖੁਦ ਚਿੰਟੂ ਨੂੰ ਮਿਲਣ ਕਮਰੇ 'ਚ ਗਈ। ਪਹਿਲਾਂ ਤਾਂ ਮੈਨੂੰ ਦੇਖ ਕੇ ਹੈਰਾਨ ਹੋਇਆ, ਪਰ ਮੈਂ ਛੇਤੀ ਹੀ ਉਸ ਨੂੰ ਕਿਹਾ ਕਿ ਹੈਰਾਨ ਨਾ ਹੋ, ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲ ਕਰਨ ਆਈ ਹਾਂ। ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗਿਆ। ਥੋੜੀ ਦੇਰ ਬਾਅਦ ਚਿੰਟੂ ਬੋਲਿਆ ਕਿ ਮੈਂ ਜਾਣਦਾ ਹਾਂ ਕਿ ਤੁਹਾਡੇ ਤੇ ਰੋਹਨ ਚਾਚਾ 'ਚ ਕੀ ਰਿਸ਼ਤਾ ਹੈ। ਉਸ ਦੇ ਮੂੰਹੋਂ ਰੋਹਨ ਚਾਚਾ ਦਾ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਉਸ ਨੂੰ ਕਿਹਾ ਕਿ ਰੋਹਨ ਚਾਚਾ? ਉਸਨੇ ਬੋਲਿਆ, ਜੀ ਰੋਹਨ ਮੇਰਾ ਚਾਚਾ ਹੈ। ਮੈਂ ਉਹਨਾਂ ਦਾ ਬੇਟਾ ਨਹੀਂ, ਸਗੋਂ ਉਹਨਾਂ ਦੇ ਭਰਾ ਦਾ ਬੇਟਾ ਹਾਂ, ਜਿਸ ਨੂੰ ਉਹਨਾਂ ਨੇ ਜਾਇਦਾਦ ਦੇ ਲਾਲਚ ਬਹੁਤ ਸਾਲ ਪਹਿਲਾਂ ਮਾਰ ਦਿੱਤਾ ਸੀ। ਉਸ ਦੀ ਇਹ ਗੱਲ ਸੁਣ ਮੇਰਾ ਦਿਮਾਗ ਚੱਕਰਾ ਗਿਆ ਤੇ ਮੈਂ ਕਿਹਾ ਕਿ ਤੂੰ ਬਕਵਾਸ ਕਰ ਰਿਹਾ ਹੈ। ਉਸਨੇ ਕਿਹਾ ਕਿ ਇਹ ਬਕਵਾਸ ਨਹੀਂ, ਸੱਚਾਈ ਹੈ। ਰੋਹਨ ਚਾਚਾ ਇਸ ਤੋਂ ਪਹਿਲਾਂ 3 ਔਰਤਾਂ ਨੂੰ ਇੱਥੇ ਲਿਆ ਚੁੱਕੇ ਹਨ, ਸਿਰਫ ਇਹ ਆਖ ਕੇ ਕਿ ਉਹ ਉਹਨਾਂ ਦੇ ਦੋਸਤ ਦੀਆਂ ਪਤਨੀਆਂ ਹਨ। ਪਰ ਇਹ ਆਦਮੀ ਸਿਰਫ ਉਹਨਾਂ ਨੂੰ ਬੇਟੇ ਦੇ ਲਾਲਚ ਲਿਆਇਆ ਸੀ ਤੇ ਜਦੋਂ ਬੇਟਾ ਨਾ ਹੁੰਦਾ ਤਾਂ ਉਹ ਅਚਾਨਕ ਗਾਇਬ ਹੋ ਜਾਂਦੀਆਂ। ਕਿਸੇ ਨੂੰ ਨਹੀਂ ਪਤਾ ਕਿ ਉਹ ਕਿੱਥੇ ਗਈਆਂ, ਪਰ ਇੱਕ ਗੱਲ ਹੈ ਕਿ ਰਾਤ ਦੇ ਸਮੇਂ ਹਵੇਲੀ 'ਚ ਕਿਸੇ ਨੂੰ ਵੀ ਕਮਰੇ 'ਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਮੈਂ ਕਿਹਾ ਕਿ ਮੈਂ ਕਿਵੇਂ ਵਿਸ਼ਵਾਸ ਕਰ ਲਵਾਂ ਤੇਰੀਆਂ ਗੱਲਾਂ ਦਾ? ਉਸਨੇ ਕਿਹਾ ਕਿ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਅੱਜ ਰਾਤ ਕਮਰੇ 'ਚੋਂ ਨਿਕਲ ਕੇ ਦੇਖ ਲੈਣਾ, ਫਿਰ ਤੁਹਾਨੂੰ ਰੋਹਨ ਚਾਚੇ ਦਾ ਰਵੱਈਆ ਸਾਰੇ ਸਵਾਲਾਂ ਦੇ ਜਵਾਬ ਦੇ ਦੇਵੇਗਾ। ਤੇ ਉਹ ਦੁਪੱਟਾ ਜੋ ਤੁਹਾਡੇ ਪੈਰਾਂ 'ਚ ਬੰਨਿਆ ਜਾਂਦਾ ਸੀ, ਸਿਰਫ ਇਸ ਲਈ ਬੰਨਿਆ ਜਾਂਦਾ ਸੀ ਕਿ ਜੇਕਰ ਤੁਸੀਂ ਉੱਠ ਕੇ ਚੱਲਣ ਲੱਗੋ ਤਾਂ ਡਿੱਗ ਜਾਓ। ਮੈਂ ਚਿੰਟੂ ਦੀਆਂ ਗੱਲਾਂ 'ਤੇ ਵਿਸ਼ਵਾਸ ਨਾ ਕੀਤਾ ਤੇ ਉਸ ਨੂੰ ਕਿਹਾ ਕਿ ਤੂੰ ਸਿਰਫ ਆਪਣੇ ਪਿਤਾ ਦਾ ਬਦਲਾ ਲੈਣ ਲਈ ਅਜਿਹਾ ਕਰ ਰਿਹਾ ਹੈ। ਉਸਨੇ ਫਿਰ ਕਿਹਾ ਕਿ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਤਾਂ ਅੱਜ ਦੁੱਧ ਦਾ ਗਿਲਾਸ ਨਾ ਪੀਣਾ, ਕਿਉਂਕਿ ਉਸ 'ਚ ਨਸ਼ਾ ਮਿਲਾਇਆ ਹੁੰਦਾ ਹੈ। ਉਸ ਦੀ ਗੱਲ ਸੁਣ ਮੈਂ ਉੱਥੋਂ ਆ ਗਈ ਤੇ ਮਾਲਕ ਅੱਗੇ ਪ੍ਰਾਰਥਨਾ ਕਰਨ ਲੱਗੀ ਕਿ ਇਹ ਸਭ ਸੱਚ ਨਾ ਹੋਵੇ। ਜਿਵੇਂ ਹੀ ਰਾਤ ਹੋਈ ਤਾਂ ਰੋਹਨ ਮੇਰੇ ਲਈ ਦੁੱਧ ਦਾ ਗਿਲਾਸ ਲੈ ਕੇ ਆਇਆ ਤਾਂ ਮੈਂ ਪੀਣ ਤੋਂ ਮਨਾ ਕਰ ਦਿੱਤਾ, ਪਰ ਰੋਹਨ ਨੇ ਕਿਹਾ ਕਿ ਇਹ ਤਾਂ ਪੀਣਾ ਹੀ ਪਵੇਗਾ। ਮੈਂ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਤੇ ਜੇਕਰ ਮੈਂ ਇਹ ਦੁੱਧ ਪੀਤਾ ਤਾਂ ਸਾਡੇ ਬੇਟੇ ਨੂੰ ਵੀ ਕੁਝ ਹੋ ਜਾਵੇਗਾ। ਇਹ ਸੁਣ ਰੋਹਨ ਨੇ ਕਿਹਾ ਕਿ ਜਿਵੇਂ ਤੈਨੂੰ ਚੰਗਾ ਲੱਗੇ। ਇਹ ਆਖ ਉਹ ਬਿਸਤਰੇ 'ਤੇ ਪੈ ਗਿਆ। ਰੋਹਨ ਇੱਥੇ ਆਉਣ ਤੋਂ ਬਾਅਦ ਪਹਿਲੀ ਵਾਰ ਮੇਰੇ ਕਮਰੇ 'ਚ ਹੀ ਪਿਆ ਸੀ ਤੇ ਉਹ ਪੂਰਾ ਚੌਕਸ ਲੱਗ ਰਿਹਾ ਸੀ। ਮੈਂ ਵੀ ਪੂਰੀ ਰਾਤ ਜਾਗਦੀ ਰਹੀ। ਮੈਨੂੰ ਔਰਤਾਂ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਰਾਤ ਦੇ ਲਗਭਗ 2 ਵਜੇ ਰੋਹਨ ਬਿਸਤਰੇ 'ਚੋਂ ਉੱਠਿਆ ਤੇ ਬਾਹਰ ਚਲਾ ਗਿਆ। ਮੈਂ ਵੀ ਦੱਬੇ ਪੈਰੀ ਉਸ ਦੇ ਮਗਰ ਹੀ ਤੁਰ ਪਈ। ਉਸਨੇ ਰਸੋਈ 'ਚੋਂ ਕੁਝ ਖਾਣਾ ਲਿਆ ਤੇ ਰਸੋਈ ਦੇ ਬਾਹਰ ਪੌੜੀਆਂ ਹੇਠ ਬਣੇ ਗੁਪਤ ਕਮਰੇ 'ਚ ਚਲਾ ਗਿਆ। ਮੈਂ ਹੈਰਾਨ ਰਹਿ ਗਈ ਕਿਉਂਕਿ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇੱਥੇ ਕੋਈ ਕਮਰਾ ਹੈ। ਜਿਵੇਂ ਹੀ ਰੋਹਨ ਅੰਦਰ ਗਿਆ, ਔਰਤਾਂ ਦੇ ਰੋਣ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਮੈਂ ਬਾਹਰ ਹੀ ਖੜ ਗਈ। ਹੁਣ ਜੋ ਅੰਦਰੋਂ ਆਵਾਜ਼ਾਂ ਆ ਰਹੀਆਂ ਸਨ ਉਹ ਵੀ ਔਰਤਾਂ ਦੀਆਂ ਹੀ ਸਨ, ਜੋ ਕਿ ਰੋਹਨ ਅੱਗੇ ਬੇਨਤੀ ਕਰ ਰਹੀਆਂ ਸਨ ਕਿ ਉਹਨਾਂ ਨੂੰ ਇੱਥੋਂ ਬਾਹਰ ਕੱਢੋ, ਪਰ ਰੋਹਨ ਹੈਵਾਨਾਂ ਵਾਂਗ ਹੱਸ ਰਿਹਾ ਸੀ। ਇਹ ਸਭ ਸੁਣ ਕੇ ਮੈਂ ਕੰਬਣ ਲੱਗੀ ਤੇ ਵਾਪਸ ਆਪਣੇ ਕਮਰੇ 'ਚ ਆ ਗਈ। ਉਸੇ ਵੇਲੇ ਚਿੰਟੂ ਵੀ ਕਮਰੇ 'ਚ ਆ ਗਿਆ ਤੇ ਮੇਰੀ ਹਾਲਤ ਦੇਖ ਕੇ ਕਿਹਾ ਕਿ ਹੁਣ ਵੀ ਕੋਈ ਸ਼ੱਕ ਹੈ। ਹੁਣ ਤਾਂ ਮੈਂ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਸੀ। ਉਸ ਸਮੇਂ ਚਿੰਟੂ ਤੇ ਮੈਂ ਇੱਕ ਪਲਾਨ ਬਣਾਇਆ। ਅਗਲੇ ਦਿਨ ਮੈਂ ਰੋਹਨ ਨੂੰ ਕਿਹਾ ਕਿ ਮੇਰੀ ਤਬੀਅਤ ਖਰਾਬ ਲੱਗ ਰਹੀ ਹੈ, ਮੈਨੂੰ ਡਾਕਟਰ ਕੋਲ ਲੈ ਜਾਓ, ਕਿਤੇ ਆਪਣੇ ਬੇਟੇ ਨੂੰ ਕੁਝ ਹੋ ਨਾ ਜਾਵੇ। ਬੇਟੇ ਦੀ ਗੱਲ ਸੁਣ ਰੋਹਨ ਮੈਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਕੋਲ ਅਸੀਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ ਕਿ ਅਚਾਨਕ ਪੁਲਿਸ ਨੇ ਛਾਪਾ ਮਾਰ ਦਿੱਤਾ ਤੇ ਰੋਹਨ ਦੀਆਂ 3 ਪਤਨੀਆਂ ਵੀ ਉਹਨਾਂ ਦੇ ਨਾਲ ਹੀ ਸਨ। ਸ਼ਾਇਦ ਉਹ ਪਹਿਲਾਂ ਸਾਨੂੰ ਛਡਾਉਣ ਆਏ ਸਨ। ਸਾਰਿਆਂ ਨੇ ਰੋਹਨ ਖਿਲਾਫ ਗਵਾਹੀ ਦਿੱਤੀ ਸੀ ਤੇ ਰੋਹਨ ਨੂੰ ਦਿਮਾਗੀ ਮਰੀਜ਼ ਦੱਸਿਆ ਸੀ। ਰੋਹਨ ਨੂੰ ਪੁਲਿਸ ਫੜ ਕੇ ਲੈ ਗਈ। 3 ਔਰਤਾਂ ਆਪਣੇ ਆਪਣੇ ਘਰ ਵਾਪਸ ਚਲੀਆਂ ਗਈਆਂ ਤੇ ਮੈਂ ਅਨਾਥ ਆਸ਼ਰਮ ਚਲੀ ਗਈ।
ਹੁਣ ਮੇਰੀ ਜ਼ਿੰਦਗੀ 'ਚ ਕੋਈ ਪਰੇਸ਼ਾਨੀ ਨਹੀਂ ਸੀ। ਮੇਰਾ ਬੱਚਾ ਵੀ ਮੇਰੇ ਕੋਲ ਹੀ ਹੈ। ਕੁਝ ਦਿਨਾਂ ਬਾਅਦ ਚਿੰਟੂ ਮੇਰੇ ਕੋਲ ਆਇਆ ਤੇ ਬੋਲਿਆ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਸ਼ੁਰੂ ਤੋਂ ਹੀ ਪਸੰਦ ਕਰਦਾ ਹਾਂ ਤੇ ਸਾਡਾ ਰਿਸ਼ਤਾ ਨਾਜਾਇਜ਼ ਵੀ ਨਹੀਂ ਹੋਵੇਗਾ। ਪਰ ਸੱਚ ਤਾਂ ਇਹ ਸੀ ਕਿ ਮੈਂ ਉਸ ਨਾਲ ਵਿਆਹ ਨਹੀਂ ਕਰ ਸਕਦੀ ਸੀ ਤੇ ਮੈਂ ਉਸ ਨੂੰ ਇਹੀ ਆਖ ਕੇ ਮਨਾ ਕਰ ਦਿੱਤਾ ਕਿ ਮੈਂ ਹੁਣ ਕਿਸੇ ਮਰਦ 'ਤੇ ਵਿਸ਼ਵਾਸ ਨਹੀਂ ਕਰ ਸਕਦੀ। ਇਸ ਲਈ ਤੇਰੇ ਨਾਲ ਵਿਆਹ ਕਰਕੇ ਮੈਂ ਆਪਣਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ। ਮੇਰੀ ਗੱਲ ਸੁਣ ਕੇ ਉਹ ਚੁੱਪਚਾਪ ਵਾਪਸ ਚਲਾ ਗਿਆ। ਪਰ ਮੈਂ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ ਚਿੰਟੂ ਦੇ ਪ੍ਰਪੋਜ਼ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ ਜਾਂ ਨਹੀਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਾਡੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕਣ। ਧੰਨਵਾਦ।